TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਟੈਂਡਰ ਘੁਟਾਲੇ ਦਾ ਵੱਡਾ ਸੱਚ ਬੇਨਕਾਬ। ਡੇਰਾ ਰਾਧਾ ਸੁਆਮੀ ਦੇ ਸਮਰਥਕ ਅਤੇ ਨਿਹੰਗ ਸਿੰਘ ਆਪਸ ਵਿੱਚ ਝਗੜੇ। ਪੰਜਾਬ ਸਰਕਾਰ ਵੱਲੋਂ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੀ ਤਿਆਰੀ। ਯੋਗਿੰਦਰ ਯਾਦਵ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਕਿਹਾ ਅਲਵਿਦਾ, ਮੈਂ ਜਿੰਦਾ ਹਾਂ। ਇਹ ਦੱਸਣ ਲਈ ਬਜ਼ੁਰਗ ਖਾ ਰਿਹਾ ਧੱਕੇ ਅਤੇ ਬੇਅਦਬੀ ਕਾਂਡ ਵਿੱਚ ਡੇਰਾ ਮੁਖੀ ਨੇ ਕੀਤੀ ਨਵੀਂ ਅਤੇ ਅਜੀਬ ਮੰਗ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਅੱਜ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲੀ ਜਿਹੜੀ ਖਬਰ ਹੈ ਬਹੁਤ ਹੈਰਾਨੀਜਨਕ ਹੈ। ਤੁਸੀਂ ਇਹ ਤਾਂ ਬਹੁਤ ਵਾਰ ਸੁਣਿਆ ਹੋਣਾ ਹੈ ਜਾਂ ਤੁਹਾਡਾ ਵਾਹ ਪਿਆ ਹੋਣਾ ਹੈ ਕਿ ਕਿਸੇ ਮ੍ਰਿਤਕ ਵਿਅਕਤੀ ਦਾ ਡੈਥ ਸਰਟੀਫਿਕੇਟ ਤੁਸੀਂ ਲੈਣਾ ਹੋਵੇ, ਬਣਵਾਉਣਾ ਹੋਵੇ ਤਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਤੁਹਾਨੂੰ ਬਹੁਤ ਚੱਕਰ ਮਾਰਨੇ ਪੈਂਦੇ ਆ, ਧੱਕੇ ਖਾਣੇ ਪੈਂਦੇ ਆ। ਪਰ ਜਦੋਂ ਇਹਦੇ ਉਲਟ ਖਬਰ ਕਿ ਮੈਂ ਖੁਦ ਜਿੰਦਾ ਹਾਂ, ਇਹ ਸਾਬਤ ਕਰਨ ਦੇ ਲਈ ਕਿ ਮੈਂ ਹਲੇ ਮਰਿਆ ਨਹੀਂ, ਦਰ ਦੀਆਂ ਠੋਕਰਾਂ ਖਾਣੀਆਂ ਪੈਣ, ਤਾਂ ਫਿਰ ਤਾਂ ਇਹੀ ਆਖ ਸਕਦੇ ਆ ਨਾ ਕਿ ਮੇਰੇ ਮਹਾਨ ਭਾਰਤ ਦੀ ਇੱਕ ਹੋਰ ਖੂਬਸੂਰਤ ਤਸਵੀਰ ਜਿਹੜੀ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹੈ। ਵਿਅਕਤੀ ਜਿੰਦਾ ਹੈ ਪਰ ਸਰਕਾਰੀ ਰਿਕਾਰਡ ਦੇ ਵਿੱਚ, ਕਾਗਜ਼ਾਂ ਦੇ ਵਿੱਚ ਮ੍ਰਿਤਕ ਐਲਾਨਿਆ ਹੋਇਆ। ਬਸ ਇਹ ਆਪਣੇ ਆਪ ਨੂੰ ਕਿ ਮੈਂ ਜਿਉਣਾ ਹੈ, ਮੈਂ ਜਿੰਦਾ ਹਾਂ, ਇਹ ਦੱਸਣ ਵਾਸਤੇ 70 ਵਰ੍ਹਿਆਂ ਦਾ ਬਜ਼ੁਰਗ ਹੈ, ਤਕਰੀਬਨ 1 ਸਾਲ ਤੋਂ ਆਪਣੀ ਸਲਾਮਤੀ, ਆਪਣੇ ਜਿਉਂਦੇ ਜੀ ਹੋਣ ਦਾ ਸਬੂਤ ਦੇਣ ਵਾਸਤੇ ਜੱਦੋ-ਜਹਿਦ ਕਰ ਰਿਹਾ ਹੈ ਕਿ ਮੈਂ ਸੱਚਮੁੱਚ ਮਰਿਆ ਨਹੀਂ ਬਈ। ਆ ਦੇਖ ਲਓ, ਹੱਥ ਲਾ ਕੇ ਦੇਖ ਲਓ, ਮੈਂ ਭੂਤ ਨਹੀਂ, ਮੈਂ ਇਨਸਾਨ ਆ। ਯੂਪੀ ਦੇ ਵਿੱਚੋਂ ਖਬਰ ਮਿਲੀ ਹੈ, ਪਿੰਡ ਉੱਥੇ ਫਤਿਹਪੁਰ ਪੈਂਦਾ, ਫਤਿਹਪੁਰ ਦਾ ਰਹਿਣ ਵਾਲਾ ਹੈਗਾ ਓਮ ਪ੍ਰਕਾਸ਼। ਉਹ ਕਹਿੰਦਾ 1 ਸਾਲ ਹੋ ਗਿਆ ਮੈਨੂੰ ਸਿਰਫ ਇਹ ਸਾਬਤ ਕਰਦੇ ਨੂੰ, ਸਰਕਾਰੀ ਦਫ਼ਤਰਾਂ ਵਿੱਚ ਧੱਕੇ ਖਾਂਦੇ ਨੂੰ ਕਿ ਮੈਂ ਜਿਉਂਦਾ ਹਾਂ। ਮੈਨੂੰ ਮੇਰੀ ਬੁਢਾਪਾ ਪੈਨਸ਼ਨ ਤੋਂ ਵੀ ਵਾਂਝਾ ਕਰ ਦਿੱਤਾ ਗਿਆ। ਉਹਨੇ ਆਪਣਾ ਦੁੱਖੜਾ ਕੁਝ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਰੋਇਆ। ਉਹ ਕਹਿੰਦੇ ਮੈਂ ਬੈਂਕ ਦੇ ਵਿੱਚੋਂ ਪੈਸੇ ਨਹੀਂ ਕਢਵਾ ਸਕਦਾ, ਮੈਂ ਸਰਕਾਰੀ ਰਿਕਾਰਡ ਦੇ ਵਿੱਚ ਮਰਿਆ ਹੋਇਆ। ਮੇਰੇ ਆਪਣੇ ਗੰਨੇ ਦੀ ਫਸਲ ਆ ਜਿਹੜੀ ਮੈਂ ਮਿੱਲ 'ਚ ਲੈ ਕੇ ਗਿਆ, ਉਹਦੇ ਵਿੱਚੋਂ ਜਿਹੜੀ ਲੈ ਗਿਆ ਉਹਦੇ ਪੈਸੇ ਨਹੀਂ ਮਿਲੇ, ਤੇ ਜਿਹੜੀ ਖੇਤ 'ਚ ਖੜੀ ਸੀ, ਜਿਹਨੂੰ ਸਿੰਜਾਈ ਦੀ ਲੋੜ ਸੀ, ਪੈਸਾ ਧੇਲਾ ਕਢਾ ਨਹੀਂ ਸਕਿਆ, ਉਹਨਾਂ ਨੂੰ ਮੈਸੇਜ ਨਹੀਂ ਸਕਿਆ। ਹੁਣ ਸਹਾਇਤਾ ਕਹਿੰਦਾ ਮੇਰੇ ਕੋਈ ਵੀ ਨਹੀਂ ਕਰ ਰਿਹਾ, ਕਾਗਜ਼ ਮੈਨੂੰ ਮਰਿਆ ਦਿਖਾਈ ਜਾ ਰਹੇ ਨੇ ਪਰ ਮੈਂ ਅਸਲ 'ਚ ਜਿਉਂਦਾ। ਉਹ ਕਹਿੰਦੇ ਲਗਭਗ 1 ਸਾਲ ਪਹਿਲਾਂ ਉਹਨੂੰ ਮ੍ਰਿਤਕ ਐਲਾਨਿਆ ਗਿਆ। ਉਹਨਾਂ ਦੱਸਿਆ ਕਿ ਜਦੋਂ ਉਹ ਬੁਢਾਪਾ ਪੈਨਸ਼ਨ ਕਢਵਾਉਣ ਲਈ ਗਿਆ ਤਾਂ ਉਹ ਕਹਿੰਦੇ ਵੀ ਤੂੰ ਤਾਂ ਮਰਿਆ ਹੋਇਆ, ਤੇਰੀ ਪੈਨਸ਼ਨ ਤੈਨੂੰ ਕਿਵੇਂ ਦੇ ਦਈਏ। ਉਹ ਕਹਿੰਦੇ ਖੰਡ ਮਿੱਲ ਦੇ ਪੈਸੇ ਮੇਰੇ ਖਾਤੇ 'ਚ ਸੀ। ਜਦੋਂ ਮੈਂ ਉੱਥੇ ਤਿਲਹਟ ਦੇ ਤਹਿਸੀਲ ਦੇ ਵਿੱਚ ਇਹ ਜਾ ਕੇ ਫਿਰ ਤਹਿਸੀਲਦਾਰ ਸਾਹਿਬ ਨੂੰ ਦੱਸਿਆ, ਗਿਆਨਿੰਦਰ ਸਿੰਘ ਹੋਰਾਂ ਨੂੰ ਦੱਸਿਆ ਕਿ ਮੈਂ ਮਰ ਗਿਆ, ਦੱਸੋ ਮੈਂ ਕੀ ਕਰਾਂ। ਹੁਣ ਤਹਿਸੀਲਦਾਰ ਸਾਹਿਬ ਵੀ ਅੱਗਿਓਂ ਕਹਿੰਦੇ ਨੇ ਕਿ ਮਾਮਲਾ ਤਾਂ ਹੁਣ ਮੇਰੇ ਧਿਆਨ 'ਚ ਆ ਗਿਆ ਹੈ, ਇਹਦੇ ਤੇ ਅਸੀਂ ਜਾਂਚ ਕਰ ਰਹੇ ਹਾਂ। ਓਮ ਪ੍ਰਕਾਸ਼ ਦੇ ਪਿੰਡ ਅਸੀਂ ਇੱਕ ਟੀਮ ਭੇਜ ਦਿਆਂਗੇ, ਪਿੰਡ ਦੇ ਲੋਕਾਂ ਨੂੰ ਪੁੱਛਾਂਗੇ ਕਿ ਸੱਚਮੁੱਚ ਜਿਉਂਦਾ ਬਈ। ਉਹਦੇ ਤੋਂ ਬਾਅਦ ਜੇਕਰ ਇਹ ਸੱਚਮੁੱਚ ਗਲਤੀ ਹੋਈ ਤਾਂ ਸੁਧਾਰੀ ਜਾਊਗੀ, ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਊਗੀ। ਪਰ ਓਮ ਪ੍ਰਕਾਸ਼ ਦਾ ਦੁੱਖੜਾ ਅੱਜ ਵੀ ਉੱਥੇ ਹੀ ਖੜਾ ਹੈ। ਉਹ ਕਹਿੰਦੇ ਮੈਨੂੰ ਇੰਨਾ ਕੁ ਤਾਂ ਦੱਸ ਦਿਓ ਕਿ ਆਹੀ ਗੱਲਾਂ ਸੁਣ ਸੁਣ ਕੇ ਮੇਰੇ ਕੰਨ ਪੱਕੇ ਪਏ ਆ ਕਿ ਗਲਤੀ ਹੋਈ ਤਾਂ ਸੁਧਾਰ ਦਿਆਂਗੇ, ਪਿੰਡ ਦੇ ਲੋਕ ਕਹਿਣਗੇ ਤੂੰ ਜਿੰਦਾ ਤਾਂ ਤੂੰ ਜਿੰਦਾ, ਜੇ ਪਿੰਡ ਦੇ ਲੋਕਾਂ ਨੇ ਕਹਿਤਾ ਤੂੰ ਮਰ ਗਿਆ ਤਾਂ ਤੂੰ ਮਰਿਆ ਹੋਇਆ। ਉਹ ਕਹਿੰਦੇ 1 ਸਾਲ ਹੋ ਗਏ ਮੈਨੂੰ ਸਰਕਾਰੀ ਦਫ਼ਤਰਾਂ 'ਚ ਧੱਕੇ ਖਾਂਦਿਆਂ ਨੂੰ, ਸਿਰਫ ਇਹ ਗੱਲ ਸਾਬਤ ਕਰਦੇ ਨੂੰ ਕਿ ਮੈਂ ਹਾਲੇ ਜਿੰਦਾ ਹਾਂ। ਆਪਣੇ ਆਪ ਦੇ ਵਿੱਚ ਅਜੀਬ ਖਬਰ ਸੀ। ਆਓ ਅਗਲੀ ਖਬਰ, ਪੰਜਾਬ ਦੇ ਵਿੱਚ ਜਿਹੜੀ ਖਜ਼ਾਨੇ ਦੀ ਲੁੱਟ ਹੋਈ ਹੈ, ਟੈਂਡਰ ਘੁਟਾਲਾ, ਉਹਦੀਆਂ ਪਰਤਾਂ ਦਿਨ ਪ੍ਰਤੀ ਦਿਨ ਖੁੱਲ ਰਹੀਆਂ ਨੇ। ਹੁਣ ਇਸ ਟੈਂਡਰ ਘੁਟਾਲੇ ਦੀ ਜਾਂਚ ਕਰ ਰਹੀ ਹੈ ਵਿਜੀਲੈਂਸ। ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਕੁ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ
ਕਿ ਵਿਜੀਲੈਂਸ ਦੀ ਟੀਮ ਨੇ ਕਾਂਗਰਸ ਦੇ ਇੱਕ ਆਗੂ ਮਨਪ੍ਰੀਤ ਈਸੇਵਾਲ ਦੇ ਘਰ ਛਾਪੇਮਾਰੀ ਕੀਤੀ ਸੀ ਅਤੇ ਵਿਜੀਲੈਂਸ ਦੀ ਟੀਮ ਨੂੰ ਉਹਨਾਂ ਦੇ ਘਰ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਰਜਿਸਟਰੀਆਂ ਮਿਲ ਗਈਆਂ ਸੀ। ਤੇ ਹੁਣ ਇਹ ਜਿਹੜੀਆਂ ਰਜਿਸਟਰੀਆਂ ਦੀ ਕੀਮਤ ਦੱਸੀ ਜਾ ਰਹੀ ਹੈ 20, 50, 100, 200 ਕਰੋੜ ਨਹੀਂ, 500 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਤੇ ਵਿਜੀਲੈਂਸ ਦੀ ਟੀਮ ਦੇ ਵੱਲੋਂ ਹੁਣ ਨਗਰ ਨਿਗਮ ਅਤੇ ਤਹਿਸੀਲ ਦਫ਼ਤਰ ਦੇ ਵਿੱਚ ਇਹਨਾਂ ਰਜਿਸਟਰੀਆਂ ਦਾ ਰਿਕਾਰਡ ਲੱਭਿਆ ਜਾ ਰਿਹਾ ਹੈ। ਤੇ ਹੁਣ ਤੱਕ ਜਿਨ੍ਹਾਂ ਰਜਿਸਟਰੀਆਂ ਦੇ ਕਾਗਜ਼ ਮਿਲੇ ਹੈ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਲੁਧਿਆਣੇ ਦੇ ਸਭ ਤੋਂ ਮਹਿੰਗੇ ਇਲਾਕਿਆਂ ਦੀਆਂ ਰਜਿਸਟਰੀਆਂ ਇਹ ਦੱਸੀਆਂ ਜਾ ਰਹੀਆਂ ਨੇ। ਜਿੰਨੀ ਕੁ ਜਾਣਕਾਰੀ ਹੁਣ ਤੱਕ ਮਿਲ ਸਕੀ ਆ ਉਹਦੇ ਅਨੁਸਾਰ ਮਨਪ੍ਰੀਤ ਦੇ ਕੋਲੋਂ ਮਿਲੇ ਦਸਤਾਵੇਜ਼ਾਂ ਦੇ ਵਿੱਚ ਸਾਊਥ ਸਿਟੀ ਰੋਡ ਤੇ ਇੱਕ ਵੱਡੀ ਕਲੋਨੀ ਦੇ ਕਾਗਜ਼ ਵੀ ਸ਼ਾਮਲ ਨੇ। ਦੱਸਿਆ ਜਾ ਰਿਹਾ ਕਿ ਮਨਪ੍ਰੀਤ ਈਸੇਵਾਲ ਨੇ ਜੋ ਪ੍ਰਾਪਰਟੀਆਂ ਖਰੀਦੀਆਂ ਜਾਂ ਵੇਚੀਆਂ ਉਹਨਾਂ ਵਿੱਚ ਸ਼ਹਿਰ ਦੇ ਵੱਡੇ ਵੱਡੇ ਕਲੋਨਾਈਜ਼ਰ ਵੀ ਸ਼ਾਮਲ ਨੇ। ਟੈਂਡਰ ਘੁਟਾਲੇ ਵਿੱਚ ਗ੍ਰਿਫਤਾਰ ਕੀਤੀ ਹੋਈ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ। ਉਹਨਾਂ ਦੇ ਰਿਮਾਂਡ ਦੇ 8ਵੇਂ ਦਿਨ ਵਿਜੀਲੈਂਸ ਨੇ ਆਪਣੀ ਜਾਂਚ ਮੁੱਲਾਂਪੁਰ ਤੋਂ ਸ਼ੁਰੂ ਕੀਤੀ ਸੀ। ਵਿਜੀਲੈਂਸ ਦੀ ਟੀਮ ਨੇ ਫਿਰ ਪੁੱਛ ਪੜਤਾਲ ਦੇ ਵਾਸਤੇ ਮਨਪ੍ਰੀਤ ਈਸੇਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਉਹਨਾਂ ਦੇ ਦਫ਼ਤਰ ਦੇ ਵਿੱਚੋਂ ਟੀਮ ਨੂੰ 100 ਤੋਂ ਵੱਧ ਰਜਿਸਟਰੀਆਂ ਮਿਲ ਗਈਆਂ ਸੀ, ਕਾਗਜ਼ ਮਿਲ ਗਏ ਸਨ। ਤੇ ਉਹਦੇ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਹੁਣ ਤੱਕ ਕਈ ਵਾਰ ਈਸੇਵਾਲ ਦੇ ਕੋਲੋਂ ਪੁੱਛ ਪੜਤਾਲ ਕੀਤੀ ਹੈ। ਵਿਜੀਲੈਂਸ ਦੇ ਵੱਲੋਂ ਦਰਅਸਲ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੀਤੇ 1.5-2 ਸਾਲਾਂ ਦੇ ਵਿੱਚ ਕਿੰਨੀਆਂ ਵੱਡੀਆਂ ਤੇ ਮਹਿੰਗੀਆਂ ਪ੍ਰਾਪਰਟੀਆਂ ਮਨਪ੍ਰੀਤ ਨੇ ਕਿਵੇਂ ਖਰੀਦੀਆਂ ਜਾਂ ਕਿਵੇਂ ਤਿਆਰ ਕੀਤੀਆਂ ਜਾਂ ਕਰਵਾਈਆਂ। ਇਹਨਾਂ ਲਈ ਇਹ ਪੈਸਾ ਇਹਨਾਂ ਕੋਲ ਕਿੱਥੋਂ ਆਉਂਦਾ ਰਿਹਾ, ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਨਪ੍ਰੀਤ ਨੇ ਆਪਣੇ ਪਰਿਵਾਰਕ ਜੀਆਂ ਜਾਂ ਫਿਰ ਰਿਸ਼ਤੇਦਾਰਾਂ ਦੋਸਤਾਂ ਦੇ ਨਾਂ ਤੇ ਕਿੰਨੀਆਂ ਕੁ ਪ੍ਰਾਪਰਟੀਆਂ ਖਰੀਦੀਆਂ, ਹੋਰ ਕਿੰਨੇ ਲੋਕ ਉਹਨਾਂ ਦੇ ਨਾਲ ਇਹਨਾਂ ਪ੍ਰਾਪਰਟੀਆਂ ਦੇ ਵਿੱਚ ਨਿਵੇਸ਼ ਕਰਦੇ ਸੀ। ਇਹ ਵੀ ਸੰਭਾਵਨਾ ਹੈ ਕਿ ਜੋ ਹੁਣ ਤੱਕ ਸਾਹਮਣੇ ਆਇਆ ਉਹਦੇ ਨਾਲ ਇਕੱਲੇ ਮਨਪ੍ਰੀਤ ਈਸੇਵਾਲ ਜਾਂ ਭਾਰਤ ਭੂਸ਼ਣ ਆਸ਼ੂ ਨਹੀਂ, ਕਈ ਹੋਰ ਕਾਂਗਰਸੀਆਂ ਦੀਆਂ ਮੁਸ਼ਕਲਾਂ, ਉਹਨਾਂ ਦੀਆਂ ਪਰੇਸ਼ਾਨੀਆਂ ਵੱਧ ਜ਼ਰੂਰ ਸਕਦੀਆਂ ਨੇ, ਕਿਉਂਕਿ ਕੈਪਟਨ ਸੰਧੂ ਦੇ ਇਹ ਕਾਫੀ ਨਜ਼ਦੀਕੀ ਦੱਸੇ ਜਾ ਰਹੇ ਨੇ। ਹਾਲਾਂਕਿ ਉਹਨਾਂ ਦਾ ਇਹਦੇ ਨਾਲ ਕੋਈ ਲੈਣ ਦੇਣ ਹੈ ਜਾਂ ਨਹੀਂ ਇਹ ਗੱਲ ਹਾਲੇ ਸਾਹਮਣੇ ਨਹੀਂ ਆਈ, ਪਰ ਉਹਨਾਂ ਦੇ ਨਾਲ ਨਜ਼ਦੀਕੀਆਂ ਦੀ ਖਬਰ ਜ਼ਰੂਰ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਸਲੇ ਨੂੰ, ਇਸ ਮਾਮਲੇ ਨੂੰ, ਕੇਸ ਨੂੰ ਬਾਰੀਕੀ ਦੇ ਨਾਲ ਘੋਖਣ ਦੇ ਵਾਸਤੇ ਚੰਡੀਗੜ੍ਹ ਤੋਂ ਵਿਜੀਲੈਂਸ ਨੇ ਆਪਣੇ ਇਕਨੋਮਿਕ ਸੈੱਲ ਦੀ ਟੀਮ ਮੰਗਾ ਲਈ ਹੈ, ਜਿਹੜੀ ਲੁਧਿਆਣਾ ਦੀ ਟੀਮ ਦੀ ਹੁਣ ਇਸ ਮਸਲੇ ਦੇ ਵਿੱਚ ਮਦਦ ਕਰ ਰਹੀ ਹੈ। ਵਿਜੀਲੈਂਸ ਦੀ ਅਪਰਾਧਿਕ ਸ਼ਾਖਾ ਦੇ ਵੱਲੋਂ ਨਗਰ ਨਿਗਮ ਡੀ ਜ਼ੋਨ, ਸਰਾਭਾ ਨਗਰ, ਤਹਿਸੀਲ ਦਫ਼ਤਰ, ਮੁੱਲਾਂਪੁਰ, ਸਿੱਧਵਾਂ-ਵੇਟ ਅਤੇ ਜਗਰਾਓਂ ਵਿੱਚ ਵੀ ਰਿਕਾਰਡ ਚੈੱਕ ਕੀਤੇ ਜਾ ਰਹੇ ਹੈ ਅਤੇ ਨਾਲ ਹੀ ਲੁਧਿਆਣਾ ਦੀ ਪੱਛਮੀ ਤਹਿਸੀਲ ਤੋਂ ਵੀ ਕਈ ਪ੍ਰਾਪਰਟੀਆਂ ਦਾ ਰਿਕਾਰਡ ਤਲਬ ਕਰ ਲਿਆ ਗਿਆ ਹੈ। ਦੱਸਣਾ ਬਣਦਾ ਕਿ ਮਨਪ੍ਰੀਤ ਈਸੇਵਾਲ ਸਿਰਫ ਬਲਾਕ ਪੱਧਰ ਦਾ ਅਹੁਦੇਦਾਰ ਸੀ ਕਾਂਗਰਸ ਦਾ। ਹੁਣ ਜਿਹੜੇ ਵੱਡੇ ਅਹੁਦੇਦਾਰ ਹੋਣਗੇ, ਜਿਹੜੇ ਵੱਡੇ ਮਗਰਮੱਛ ਹੋਣਗੇ, ਉਹਨਾਂ ਨੇ ਫਿਰ ਕਿੰਨੇ ਕਿੰਨੇ 100 ਦੀਆਂ ਪ੍ਰਾਪਰਟੀਆਂ ਜਾਂ ਕਿੰਨੇ ਕਿੰਨੇ ਹਜ਼ਾਰ ਦੀਆਂ ਬਣਾਈਆਂ ਹੋ ਸਕਦੀਆਂ ਨੇ। ਪਰ ਆ ਜਿਹੜੀ ਜਾਂਚ ਪੜਤਾਲ ਇਸ ਟੈਂਡਰ ਘੁਟਾਲੇ ਵਿੱਚ ਚੱਲ ਰਹੀ ਹੈ, ਦਿਨ ਪ੍ਰਤੀ ਦਿਨ ਨਵੀਆਂ ਪਰਤਾਂ ਖੁੱਲ ਰਹੀਆਂ ਨੇ, ਸੱਚ ਬੇਨਕਾਬ ਹੋ ਰਹੇ ਨੇ, ਸੋ ਝੂਠ ਤੋਂ ਪਰਦੇ ਉੱਠ ਰਹੇ ਨੇ। ਅਸਲ ਦੇ ਵਿੱਚ ਮਗਰਮੱਛ ਜਿਹੜੇ ਵੱਡੇ ਵੱਡੇ ਨੇ, ਉਮੀਦ ਹੈ ਕਿ ਇਸ ਟੈਂਡਰ ਘੁਟਾਲੇ ਦਾ ਸੇਕ ਉਹਨਾਂ ਤੱਕ ਕਿਸੇ ਤੱਕ ਵੱਧ ਤੇ ਕਿਸੇ ਤੱਕ ਘਟ ਜਾਏਗਾ ਜ਼ਰੂਰ। ਤੇ ਅਗਲੀ ਖਬਰ, ਸੱਚਮੁੱਚ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਜਾਂ ਬਣਾਏ ਜਾ ਰਹੇ ਨੇ। ਇੱਕ ਧਰਮ ਨੂੰ ਮੰਨਣ ਵਾਲਾ ਦੂਸਰੇ ਧਰਮ ਦੇ ਖਿਲਾਫ ਬੋਲੀ ਜਾ ਰਿਹਾ ਹੈ, ਇੱਕ ਦੂਸਰੇ ਨਾਲ ਲੜਾਈਆਂ ਝਗੜੇ ਕੀਤੇ ਜਾ ਰਹੇ ਨੇ। ਦਰਅਸਲ ਪੰਜਾਬ ਇਸ ਤਰ੍ਹਾਂ ਦਾ ਤਾਂ ਨਹੀਂ ਹੈ। ਡੇਰਾ ਬਿਆਸ ਤੇ ਦੂਸਰੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ, ਉਹਨਾਂ ਦੇ ਸਮਰਥਕ ਤੇ ਨਿਹੰਗਾਂ ਸਿੰਘਾਂ ਦੇ ਵਿਚਕਾਰ ਇੱਕ ਝਗੜਾ ਹੋਇਆ ਹੈ ਤੇ ਝਗੜਾ ਗਾਵਾਂ ਨੂੰ ਲੈ ਕੇ ਦੱਸਿਆ ਜਾ ਰਿਹਾ ਹੋਇਆ ਹੈ। ਇੱਕ ਪਾਸੇ ਡੇਰਾ ਪ੍ਰੇਮੀ ਸੀ, ਡੇਰੇ ਨੂੰ ਮੰਨਣ ਵਾਲੇ ਸੀ, ਤੇ ਦੂਸਰੇ ਪਾਸੇ ਤਰਨਾ ਦਲ ਨਿਹੰਗ ਸਿੰਘ ਸਨ। ਆਪਸ ਦੇ ਵਿੱਚ ਬੁਰੀ ਤਰ੍ਹਾਂ ਭਿੜੇ ਹੈ। ਦੋਸ਼ ਇਹ ਲਾਇਆ ਗਿਆ ਹੈ ਕਿ ਨਿਹੰਗ ਸਿੰਘ ਵੱਡੀ ਗਿਣਤੀ ਦੇ ਵਿੱਚ ਗਾਵਾਂ ਨੂੰ ਲੈ ਕੇ ਡੇਰਾ ਪ੍ਰੇਮੀ ਦੇ ਖਾਲੀ ਮੈਦਾਨ ਦੇ ਵਿੱਚ ਪਹੁੰਚੇ ਹੈ। ਹੁਣ ਡੇਰਾ ਸਮਰਥਕਾਂ ਨੇ ਦੋਸ਼ ਲਾਇਆ ਹੈ ਕਿ ਨਿਹੰਗ ਹਥਿਆਰਾਂ ਨਾਲ ਲੈਸ ਹੋ ਕੇ ਉਹਨਾਂ ਦੀ ਧਰਤੀ ਤੇ ਪਹੁੰਚੇ। ਦੋਵਾਂ ਧਿਰਾਂ ਨੇ ਇੱਕ ਦੂਸਰੇ ਤੇ ਗੋਲੀਆਂ ਚਲਾਉਣ ਦੇ ਦੋਸ਼ ਲਾਏ ਨੇ। ਦੂਸਰੇ ਪਾਸੇ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਬਿਆਸ, ਜੰਡਿਆਲਾ, ਖਲਚੀਆਂ, ਇਹਨਾਂ ਥਾਣਿਆਂ ਦੀ ਪੁਲਿਸ ਮੌਕੇ ਤੇ ਪਹੁੰਚੀ, ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਵੇਂ ਧਿਰਾਂ ਨੇ ਇੱਕ ਦੂਸਰੇ ਤੇ ਇੱਟਾਂ ਪੱਥਰਾਂ ਦੇ ਨਾਲ, ਤਲਵਾਰਾਂ ਦੇ ਨਾਲ, ਡਾਂਗਾਂ ਦੇ ਨਾਲ ਜ਼ੋਰਦਾਰ ਕਹਿੰਦੇ ਹਮਲਾ ਕਰ ਦਿੱਤਾ ਸੀ।
ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇਹਦੇ ਬਾਵਜੂਦ ਵੀ ਕੁਝ ਕੁ ਸ਼ਰਾਰਤੀ ਅਨਸਰਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਖੰਡਾਉਣ ਦੇ ਵਾਸਤੇ, ਇਧਰ ਉਧਰ ਕਰਨ ਦੇ ਵਾਸਤੇ ਪੁਲਿਸ ਨੂੰ ਫਿਰ ਹਵਾਈ ਫਾਇਰ ਵੀ ਕਰਨੇ ਪਏ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਨਿਹੰਗ ਸਿੰਘਾਂ ਦੇ ਵਿੱਚ ਉਹ ਵੀ ਜ਼ਖਮੀ ਹੋਏ ਨੇ, 5 ਡੇਰਾ ਸਮਰਥਕ ਨੇ ਅਤੇ ਇੱਕ ਥਾਣੇਦਾਰ ਵੀ ਹੈ, 3 ਕੁ ਪੁਲਿਸ ਕਰਮੀ ਨੇ, 13 ਕੁ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਅਸਲ ਦੇ ਵਿੱਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਵੇਰ ਵਕਤ ਤੋਂ ਹੀ ਡੇਰਾ ਰਾਧਾ ਸੁਆਮੀ ਬਿਆਸ ਦੇ ਸਮਰਥਕ ਤੇ ਦੂਸਰੇ ਪਾਸੇ ਤਰਨਾ ਦਲ ਬਾਬਾ ਬਕਾਲਾ ਦੇ ਨਿਹੰਗ ਸਿੰਘਾਂ ਦੇ ਵਿਚਕਾਰ ਤਕਰਾਰ ਚੱਲ ਰਿਹਾ ਸੀ। ਨਿਹੰਗਾਂ ਦੇ ਵੱਲੋਂ ਡੇਰਾ ਰਾਧਾ ਸੁਆਮੀ ਦੀ ਮਾਲਕੀ ਵਾਲੀ ਇੱਕ ਥਾਂ ਦੇ ਉੱਤੇ ਕਥਿਤ ਤੌਰ ਤੇ ਜਿੰਦਰੇ ਤੋੜ ਕੇ ਉਹਦੇ ਵਿੱਚ ਵੱਡੀ ਗਿਣਤੀ 'ਚ ਗਾਵਾਂ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸੇ ਦੌਰਾਨ ਤਕਰਾਰ ਵਧਿਆ, ਦੋਵਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਹੋ ਗਈ, ਪੁਲਿਸ ਨੂੰ ਹਵਾਈ ਫਾਇਰ ਕਰਨੇ ਪਏ। ਪੱਥਰਬਾਜ਼ੀ ਦੇ ਦੌਰਾਨ ਜ਼ਖਮੀਆਂ 'ਚ 2 ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਅਤੇ 3 ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਦਾਖਲ ਕਰਵਾਉਣਾ ਪਿਆ। ਘਟਨਾ ਤੋਂ ਬਾਅਦ ਵੀ ਸਥਿਤੀ ਤਣਾਅ ਵਾਲੀ ਸੀ। ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਵੀ ਦੋਵਾਂ ਧਿਰਾਂ ਦੇ ਵਿਚਾਲੇ ਕਈ ਵਾਰੀ ਟਕਰਾਅ ਹੋ ਚੁੱਕਿਆ ਹੈ। ਡੇਰਾ ਬਿਆਸ ਦੀ ਪੰਜਾਬ ਦੇ ਵਿੱਚ ਵੀ ਕਾਫੀ ਮਾਨਤਾ ਹੈ ਤੇ ਦੇਸ਼ ਵਿਦੇਸ਼ ਦੇ ਵਿੱਚ ਵੀ ਇਹਨਾਂ ਦੇ ਕਾਫੀ ਪੈਰੋਕਾਰ ਰਹਿੰਦੇ ਹੈ। ਦੋਵਾਂ ਧਿਰਾਂ ਦੇ ਵਿੱਚ ਹੋਏ ਝਗੜੇ ਦੇ ਕਾਰਨ ਘਟਨਾ ਵਾਲੀ ਥਾਂ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਣਾਅ ਦਾ ਮਾਹੌਲ ਸੀ, ਪਰ ਬਾਅਦ ਵਿੱਚ ਦੱਸਿਆ ਗਿਆ ਕਿ ਇਸ ਸਥਿਤੀ ਨੂੰ ਸ਼ਾਂਤ ਕਰ ਲਿਆ ਗਿਆ। ਡੇਰਾ ਸਮਰਥਕਾਂ ਤੇ ਨਿਹੰਗਾਂ ਦੇ ਵਿਚਾਲੇ ਜਿਹੜੀ ਝੜਪ ਹੋਈ ਹੈ ਉਹਦੇ ਕਾਰਨ ਇਹ ਵੀ ਖਬਰ ਮਿਲੀ ਸੀ ਕਿ ਜਲੰਧਰ ਅੰਮ੍ਰਿਤਸਰ GT ਰੋਡ ਤਕਰੀਬਨ ਅੱਧਾ ਕੁ ਘੰਟਾ ਜਾਮ ਵੀ ਰਿਹਾ, ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪਿਆ। ਇਹਦੇ ਨਾਲ ਹੀ ਕਪੂਰਥਲਾ ਤੇ ਬਿਆਸ ਤੋਂ ਵੀ ਲੋਕ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਬਿਆਸ ਦਰਿਆ ਵਿੱਚ ਤਾਰਨ ਦੇ ਵਾਸਤੇ ਆ ਰਹੇ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਿਸ ਤਰ੍ਹਾਂ ਫਿਰ ਜਾਮ ਖੁਲਵਾਇਆ ਤੇ ਇਹ ਵੀ ਹੈ ਕਿ ਭਾਵੇਂ ਬੇਨਤੀ ਕਰ ਸਕਦੇ ਆ ਕਿ ਭਾਵੇਂ ਇੱਕ ਪਾਸੇ ਡੇਰੇ ਦੇ ਸਮਰਥਕ ਹੈ, ਦੂਸਰੇ ਪਾਸੇ ਭਾਵੇਂ ਨਿਹੰਗ ਸਿੰਘ ਜਥੇਬੰਦੀਆਂ ਨੇ, ਕਿਰਪਾ ਕਰੋ, ਤਰਸ ਖਾਓ। ਤੁਹਾਡੀਆਂ ਸਮੱਸਿਆਵਾਂ ਹੋ ਸਕਦੀਆਂ ਨੇ, ਤੁਹਾਡੇ ਤਕਰਾਰ ਹੋ ਸਕਦੇ ਨੇ, ਪਰ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ। ਉਧਰਲੇ ਪਾਸੇ ਤੁਸੀਂ ਦੇਖੋ ਕਿ ਉਧਰ ਵੀ ਉਂਗਲ ਹੋ ਸਕਦਾ ਸਿੱਖਾਂ ਤੇ ਉੱਠੀ ਜਾਂਦੀ ਹੋਵੇ ਕਿ ਇਹਨਾਂ ਨੇ ਸਾਡੀਆਂ ਮੂਰਤੀਆਂ ਚਰਚ ਵਿੱਚ ਵੜ ਕੇ ਤੋੜ ਦਿੱਤੀਆਂ। ਕਈ ਵਾਰੀ ਕਰ ਕੰਮ ਕੋਈ ਹੋਰ ਜਾਂਦਾ ਹੈ, ਸ਼ੱਕ ਕਿਸੇ ਤੇ ਹੋਰ ਪੈਦਾ ਹੋ ਜਾਂਦਾ ਹੈ। ਸੋ ਕਿਰਪਾ ਕਰਕੇ ਭਾਈਚਾਰਕ ਸਾਂਝਾ ਬਰਕਰਾਰ ਰੱਖੋ। ਜੇਕਰ ਇਸ ਤਰ੍ਹਾਂ ਦੀ ਕੋਈ ਨੌਬਤ, ਕੋਈ ਦਿੱਕਤ, ਕੋਈ ਮੁਸੀਬਤ ਆਉਂਦੀ ਆ, ਹੁਣ ਵੀ ਤਾਂ ਵਿੱਚ ਵਿਚਾਲੇ 2 ਧਿਰਾਂ ਪਈਆਂ ਹੀ ਹੋਣਗੀਆਂ, ਤੁਸੀਂ ਵਿੱਚ ਵਿਚਾਲੇ ਕਿਸੇ ਨੂੰ ਪਾ ਲਾਓ। ਤੁਹਾਡਾ ਕੋਈ ਮਸਲਾ ਹੈ ਉਹਨੂੰ ਗੱਲਬਾਤ ਦੇ ਨਾਲ ਹੱਲ ਕਰ ਲਓ। ਜੇ ਸੱਚਮੁੱਚ ਅਸੀਂ ਗੁਰੂ ਨਾਨਕ ਦੇ ਪੈਰੋਕਾਰ ਹਾਂ ਤੇ ਉਹਨਾਂ ਨੇ ਡਾਇਲੌਗ ਦੀ ਗੱਲ ਆ ਹਰ ਇੱਕ ਗੋਸ਼ਟੀ ਦੇ ਵਿੱਚ ਕੀਤੀ। ਜਦੋਂ ਉਦਾਸੀਆਂ ਤੇ ਜਾਂਦੇ ਸੀ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਆਪਸ ਦੇ ਵਿੱਚ ਗੱਲਬਾਤ ਕਰੋ, ਗੱਲਬਾਤ ਨਾਲ ਆਪਣੇ ਮੁੱਦੇ ਹੱਲ ਕਰ ਲਓ। ਤੇ ਅਗਲੀ ਖਬਰ, ਪੰਜਾਬ ਦੇ ਵਿੱਚ ਜਿਹੜੇ ਕੱਚੇ ਕਾਮੇ ਨੇ ਉਹਨਾਂ ਵਾਸਤੇ ਕੋਈ ਵੱਡੀ ਖੁਸ਼ਖਬਰੀ ਛੇਤੀ ਮਿਲ ਸਕਦੀ ਹੈ। ਮਿਲੀ ਨਹੀਂ, ਮਿਲ ਸਕਦੀ ਹੈ, ਸੰਭਾਵਨਾ ਬਣੀ ਹੋਈ ਹੈ। ਕਿਉਂਕਿ ਪੰਜਾਬ ਦੇ ਵਿੱਚ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਲਈ ਸਮੇਂ-ਸਮੇਂ ਤੇ ਸਰਕਾਰਾਂ ਦੇ ਵੱਲੋਂ ਐਲਾਨ ਹੁੰਦੇ ਰਹੇ ਹੈ। ਤੁਹਾਨੂੰ ਚੇਤੇ ਹੋਣਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ, ਉਹਨਾਂ ਨੇ ਵੀ ਥਾਂ-ਥਾਂ ਤੇ ਬੋਰਡ ਟੰਗ ਦਿੱਤੇ ਸੀ ਕਿ 36,000 ਕਾਮਿਆਂ ਨੂੰ ਪੱਕੇ ਕਰ ਦਿੱਤਾ, ਪੱਕੇ ਕਰਾਂਗੇ। ਪਰ ਬਣਿਆ ਕੀ, 111 ਦਿਨਾਂ ਸਰਕਾਰ ਚੱਲੀ ਤੇ ਚਲੇ ਗਈ, ਹੋਇਆ ਕੁਝ ਨਹੀਂ। ਉਹਦੇ ਤੋਂ ਬਾਅਦ ਆ ਨਵੀਂ ਸਰਕਾਰ ਆ ਗਈ ਭਗਵੰਤ ਮਾਨ ਹੋਰਾਂ ਦੀ, ਇਹ ਵੀ ਆਖ ਰਹੇ ਹੈ ਕਿ ਕੱਚੇ ਕਾਮੇ ਨੂੰ ਰੈਗੂਲਰ ਕਰਾਂਗੇ, ਪਰ ਹੁੰਦੇ ਆ ਜਦੋਂ ਗੱਲ ਤਾਂ ਉਦੋਂ ਬਣਨੀ ਹੈ। ਪਰ ਖਬਰ ਇਹ ਮਿਲ ਰਹੀ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਦੇ ਵੱਲੋਂ ਪੰਜਾਬ ਦੇ ਇਹ ਜਿਹੜੇ 36,000 ਕਾਮੇ ਹੈ, ਇਹਨਾਂ ਨੂੰ ਰੈਗੂਲਰ ਕੀਤੇ ਜਾਣ ਦੀ ਨੀਤੀ ਨੂੰ ਹਰੀ ਝੰਡੀ ਦੇ ਦਿੱਤੇ ਜਾਣ ਦੀ ਸੰਭਾਵਨਾ ਹੈ। ਕੈਬਨਿਟ ਸਬ ਕਮੇਟੀ ਇੱਕ ਬਣਾ ਕੇ ਦਿੱਤੀ ਗਈ ਸੀ ਤੇ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਇਹਨਾਂ ਕੱਚੇ ਕੰਮ ਨੂੰ ਪੱਕੇ ਕਰਨ ਸੰਬੰਧੀ ਰਿਪੋਰਟ ਪੇਸ਼ ਕੀਤੀ ਜਾਣੀ ਹੈ ਅਤੇ ਅਧਿਆਪਕ ਦਿਵਸ ਦੇ ਉੱਤੇ ਕੈਬਨਿਟ ਦੇ ਵੱਲੋਂ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦਾ ਤੋਹਫਾ ਦਿੱਤਾ ਜਾ ਸਕਦਾ ਹੈ। ਦੱਸਣਾ ਬਣਦਾ ਹੈ ਕਿ ਕੈਬਨਿਟ ਸਬ ਕਮੇਟੀ ਨੇ ਆਪਣੀ ਰਿਪੋਰਟ ਤਿਆਰ ਕੀਤੀ ਹੈ ਅਤੇ ਮੁੱਖ ਮੰਤਰੀ ਮਾਨ ਦੇ ਵੱਲੋਂ ਕਾਮਿਆਂ ਨੂੰ ਪੱਕੇ ਕਰਨ ਸੰਬੰਧੀ 30 ਜੂਨ ਨੂੰ ਇੱਕ ਸਬ ਕਮੇਟੀ ਗਠਿਤ ਕਰ ਦਿੱਤੀ ਗਈ ਸੀ, ਜਿਸ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਵੀਰ ਸਿੰਘ ਮੀਤ ਹੇਅਰ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਸ਼ਾਮਲ ਕਰ ਦਿੱਤੇ ਗਏ ਸੀ। ਜਾਣਕਾਰੀ ਦੇ ਅਨੁਸਾਰ ਇਸ ਸਬ ਕੈਬਨਿਟ ਕਮੇਟੀ ਦੇ ਵੱਲੋਂ 36,000 ਕਾਮਿਆਂ ਨੂੰ ਰੈਗੂਲਰ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਜਾਏਗੀ। ਸਬ ਕਮੇਟੀ ਦੀਆਂ ਮੀਟਿੰਗਾਂ ਦੇ ਵਿੱਚ ਪਹਿਲਾਂ ਸਿਰਫ ਪ੍ਰਵਾਨਿਤ ਅਸਾਮੀਆਂ ਤੇ ਭਰਤੀ ਕੀਤੇ ਜਾਣ ਨੂੰ ਰੈਗੂਲਰ ਕਰਨ ਦੀ ਯੋਜਨਾ ਬਣਾਈ ਗਈ ਸੀ, ਜਿਨ੍ਹਾਂ ਦੀ ਗਿਣਤੀ ਸਿਰਫ 3600 ਦੇ ਕਰੀਬ ਦੱਸੀ ਜਾ ਰਹੀ ਹੈ।
ਉਹਦੇ ਤੋਂ ਬਾਅਦ ਫਿਰ ਇਹ ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਕਾਮੇ ਦੀ ਸਰਵਿਸ ਦਾ 10 ਸਾਲ ਪੂਰੇ ਹੋ ਚੁੱਕੇ ਨੇ ਉਹਨਾਂ ਨੂੰ ਵੀ ਰੈਗੂਲਰ ਕੀਤਾ ਜਾਵੇ। ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹਨਾਂ ਨੂੰ ਰੈਗੂਲਰ ਕਰਨ ਦੇ ਵਾਸਤੇ ਬਿੱਲ ਲਿਆਂਦਾ ਨਹੀਂ ਜਾਏਗਾ। ਜੇ ਬਿੱਲ ਨਹੀਂ ਲਿਆਂਦਾ ਜਾਏਗਾ ਫਿਰ ਕੀ ਕੀਤਾ ਜਾਏਗਾ? ਕਿਉਂਕਿ ਅੱਗੇ ਸਰਕਾਰਾਂ ਬਿੱਲ ਲਿਆਉਂਦੀਆਂ ਰਹੀਆਂ ਨੇ, ਉਹ ਗੱਲ ਬਣੀ ਨਹੀਂ। ਹੁਣ ਕਹਿੰਦੇ ਆ ਕਿ ਇਹਨਾਂ ਨੂੰ ਰੈਗੂਲਰ ਕਰਨ ਵਾਸਤੇ ਬਿੱਲ ਦੀ ਥਾਂ ਤੇ ਪਾਲਿਸੀ ਲਿਆਂਦੀ ਜਾਏਗੀ, ਨੀਤੀ ਦੇ ਜ਼ਰੀਏ ਇਹਨਾਂ ਨੂੰ ਰੈਗੂਲਰ ਕੀਤਾ ਜਾਏਗਾ। ਤੁਹਾਨੂੰ ਯਾਦ ਹੋਣਾ ਹੈ ਕਿ 2016 ਦੇ ਵਿੱਚ ਵੀ 2021 ਦੇ ਵਿੱਚ ਵੀ ਇਹਨਾਂ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੇ ਲਈ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤੇ ਗਏ ਸੀ। ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਦੇ ਗਵਰਨਰ ਨੂੰ ਪ੍ਰਵਾਨਗੀ ਵਾਸਤੇ ਭੇਜ ਦਿੱਤੇ ਗਏ ਸੀ, ਪਰ ਗਵਰਨਰ ਦੇ ਵੱਲੋਂ ਉਹਨਾਂ ਬਿੱਲਾਂ ਤੇ ਸਵਾਲ ਖੜੇ ਕਰ ਦਿੱਤੇ ਗਏ ਸੀ। ਤੇ ਇਹਨਾਂ ਬਿੱਲਾਂ ਦੇ ਰਸਤੇ ਦੇ ਵਿੱਚ ਉਮਾ ਦੇਵੀ ਬਨਾਮ ਕਰਨਾਟਕ ਰਾਜ ਦਾ ਇੱਕ ਕੇਸ ਵੀ ਅੜਿੱਕਾ ਬਣਦਾ ਹੈ। ਜਾਣਕਾਰੀ ਅਨੁਸਾਰ ਸਬ ਕਮੇਟੀ ਦੇ ਵੱਲੋਂ ਆਊਟਸੋਰਸ ਮੁਲਾਜ਼ਮਾਂ ਨੂੰ ਇਹਦੇ ਵਿੱਚ ਨਹੀਂ ਵਿਚਾਰਿਆ ਗਿਆ, ਪਰ ਇਹ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਸਰਕਾਰ ਦੇ ਵੱਲੋਂ ਯੂਨੀਵਰਸਿਟੀ ਅਤੇ ਕਾਲਜਾਂ ਦੇ ਕੰਟਰੈਕਟ ਆਧਾਰਿਤ ਅਧਿਆਪਕਾਂ ਲਈ ਵੀ ਇੰਕਰੀਮੈਂਟ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਂਝੇ ਇੰਕਰੀਮੈਂਟ ਉਹਨਾਂ ਅਧਿਆਪਕਾਂ ਨੂੰ ਮਿਲੇਗਾ ਜੋ ਯੋਗਤਾ ਪੂਰੀ ਕਰਦੇ ਨੇ। ਜਾਣਕਾਰੀ ਅਨੁਸਾਰ ਇੰਕਰੀਮੈਂਟਾਂ ਲਈ ਜਾਂ ਉਹਨਾਂ ਤੋਂ ਵਾਂਝੇ ਅਧਿਆਪਕਾਂ ਨੂੰ ਸਰਕਾਰ 2 ਤੋਂ 3 ਸਾਲ ਦਾ ਸਮਾਂ ਦੇਵੇਗੀ ਤਾਂ ਕਿ ਉਹਨਾਂ ਨੂੰ ਯੋਗਤਾ ਪੂਰੀ ਕਰਨ ਦਾ ਮੌਕਾ ਮਿਲ ਸਕੇ। ਅਤੇ ਜੇਕਰ ਸੱਚਮੁੱਚ ਆ ਹੋਣ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਆ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੀ ਹਰੀ ਝੰਡੀ ਮਿਲ ਜਾਂਦੀ ਹੈ ਅਤੇ ਇਹ ਕੰਮ ਬਗੈਰ ਕਿਸੇ ਵਿਘਨ ਤੋਂ ਨੇਪਰੇ ਚੜ ਜਾਂਦਾ ਹੈ, ਤਾਂ ਸਰਕਾਰ ਦੀ ਵੀ ਬੱਲੇ ਬੱਲੇ ਹੋ ਜੂਗੀ। ਅਤੇ ਜਿਹੜੇ ਲੰਬੇ ਸਮੇਂ ਤੋਂ ਜੱਦੋ-ਜਹਿਦ ਸੀ ਕਿ ਸਾਨੂੰ ਕਦੋਂ ਰੈਗੂਲਰ ਕੀਤਾ ਜਾਵੇ, ਬਹੁਤ ਵੱਡੀ ਮੰਗ ਹੈ, ਇਹਨਾਂ 36,000 ਦੇ ਨਾਲ ਬਹੁਤ ਸਾਰੇ ਪਰਿਵਾਰ ਜੁੜੇ ਹੋਏ ਨੇ। ਸੱਚਮੁੱਚ ਉਹਨਾਂ 'ਚ ਬਹੁਤ ਵੱਡੀ ਤੇ ਖੁਸ਼ੀ ਦੀ ਲਹਿਰ ਦੌੜੇਗੀ। ਪਰ ਵੇਖਣਾ ਹੋਏਗਾ ਕਿ ਮੀਨ ਮੇਖ ਤਾਂ ਨਹੀਂ ਵਿੱਚੋਂ ਕੋਈ ਨਿਕਲਦੀ ਤੇ ਸਰਕਾਰ ਇਹਦੇ ਵਾਸਤੇ ਕਿਸ ਤਰ੍ਹਾਂ ਦਾ ਕੋਈ ਬਦਲ ਚੁਣਦੀ ਹੈ। ਕਿਉਂਕਿ ਮੈਂ ਜ਼ਿਕਰ ਕਰ ਰਿਹਾ ਕਿ 16 ਤੇ 21 ਚ ਵੀ ਇਹ ਕੰਮ ਕੀਤਾ ਗਿਆ ਸੀ, ਪਰ ਸਿਰੇ ਨਹੀਂ ਸੀ ਚੜ ਸਕਿਆ, ਤੇ ਹੁਣ ਨੇਪਰੇ ਸਰਕਾਰ ਕਿਵੇਂ ਚੜਦੀ ਹੈ ਇਹ ਦੇਖਣਾ ਹੋਏਗਾ। ਅਗਲੀ ਖਬਰ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸੰਬੰਧਿਤ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਇਹ ਐਲਾਨ ਕਰ ਦਿੱਤਾ ਗਿਆ ਕਿ ਯੋਗਿੰਦਰ ਯਾਦਵ ਹੁਣ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਰਹਿਣਗੇ। ਯੋਗਿੰਦਰ ਯਾਦਵ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਅਲਵਿਦਾ ਆਖ ਦਿੱਤਾ ਹੈ। ਮੋਰਚੇ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਆਪਣੀ ਨਿੱਜੀ ਜ਼ਿੰਦਗੀ ਦੇ ਰੁਝੇਵਿਆਂ ਦੇ ਕਾਰਨ ਉਹ ਸੰਯੁਕਤ ਕਿਸਾਨ ਮੋਰਚੇ ਨੂੰ ਅਲਵਿਦਾ ਕਹਿ ਰਹੇ ਨੇ। ਦੱਸਣਾ ਬਣਦਾ ਕਿ ਯੋਗਿੰਦਰ ਯਾਦਵ ਕਿਸਾਨ ਅੰਦੋਲਨ ਦਾ ਅਹਿਮ ਹਿੱਸਾ ਰਹੇ। ਯਾਦਵ ਨੇ ਹੁਣ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀ ਤਾਲਮੇਲ ਕਮੇਟੀ ਦੇ ਵਿੱਚ ਹੋਰ ਜ਼ਿੰਮੇਵਾਰੀਆਂ ਨਿਭਾ ਨਹੀਂ ਸਕਣਗੇ। ਉਹ ਕਹਿੰਦੇ ਇਹ ਬਹੁਤ ਮਹੱਤਵਪੂਰਨ ਹੈ ਕਿ ਸਾਰੇ ਅੰਦੋਲਨ ਕਰਨ ਵਾਲਿਆਂ ਨੂੰ ਅਤੇ ਵਿਰੋਧੀ ਧਿਰਾਂ ਨੇ, ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਉਹਨਾਂ ਦੀ ਊਰਜਾ ਕਿਸਾਨ ਵਿਰੋਧੀ ਮੋਦੀ ਸਰਕਾਰ ਦੇ ਖਿਲਾਫ ਲੜਨ ਦੇ ਵਿੱਚ ਇਕੱਠੀ ਕੀਤੀ ਜਾਵੇ, ਏਕਤਾ ਕੀਤੀ ਜਾਵੇ। ਇਹਦੇ ਲਈ ਉਹ ਕਹਿੰਦੇ ਮੈਂ ਕਿਸਾਨ ਅੰਦੋਲਨ ਦੇ ਨਾਲ ਨਾਲ ਬਾਕੀ ਅੰਦੋਲਨਾਂ ਦੇ ਸੰਪਰਕ ਵਿੱਚ ਵੀ ਹਾਂ। ਇਸ ਕਰਕੇ ਹੁਣ ਮੈਂ ਉਧਰਲੇ ਪਾਸੇ ਨੂੰ ਧਿਆਨ ਦੇਣਾ ਚਾਹੁੰਦਾ। ਦਿੱਲੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਦਰਅਸਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ 3 ਅਕਤੂਬਰ ਨੂੰ ਕਾਲਾ ਦਿਵਸ ਮਨਾਊਗਾ। 3 ਅਕਤੂਬਰ ਨੂੰ ਮੋਰਚੇ ਦੇ ਵੱਲੋਂ ਜਿਹੜੀ ਗੁਰਦੁਆਰਾ ਸਾਹਿਬ ਰਕਾਬਗੰਜ ਦੇ ਵਿੱਚ ਮੀਟਿੰਗ ਹੋਈ ਆ, ਉਹਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਉਸ ਦਿਨ ਭਾਵ 3 ਅਕਤੂਬਰ ਨੂੰ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 15 ਸਤੰਬਰ ਤੋਂ 25 ਸਤੰਬਰ ਤੱਕ ਪੂਰੇ ਮੁਲਕ ਦੇ ਵਿੱਚ ਬਲਾਕ ਅਤੇ ਤਹਿਸੀਲ ਪੱਧਰ ਤੇ ਅੰਦੋਲਨ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਸੰਸਦ ਮੈਂਬਰਾਂ ਨੂੰ ਮਿਲ ਕੇ ਅਤੇ ਸੰਸਦ ਦੇ ਵਿੱਚ ਕਿਸਾਨ ਮੰਗਾਂ ਪੇਸ਼ ਕਰਨ ਲਈ ਉਹਨਾਂ ਤੇ ਦਬਾਅ ਬਣਾਇਆ ਜਾਊਗਾ। ਹਰੇਕ ਸੂਬੇ ਦੇ ਵਿੱਚ ਵਿਸ਼ਾਲ ਰੈਲੀਆਂ ਕੀਤੀਆਂ ਜਾਣਗੀਆਂ। 26 ਨਵੰਬਰ ਨੂੰ ਰਾਜਪਾਲਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸ ਮੀਟਿੰਗ ਦੌਰਾਨ ਇੱਕ ਕਾਰਵਾਈ ਦੀ ਸੰਖੇਪ ਰਿਪੋਰਟ ਵੀ ਲਿਆਂਦੀ ਗਈ, ਦੱਸੀ ਗਈ, ਤੇ ਨਵੀਂ ਤਾਲਮੇਲ ਕਮੇਟੀ ਦਾ ਵਿਸਥਾਰ ਕਰਨ ਦਾ ਫੈਸਲਾ ਵੀ ਲਿਆ ਗਿਆ। ਇਹਦੇ ਨਾਵਾਂ ਦੀ ਚੋਣ ਲਈ 11 ਮੈਂਬਰੀ ਡਰਾਫਟ ਕਮੇਟੀ ਵੀ ਬਣਾਈ ਗਈ। ਮੋਰਚੇ ਨੇ ਭਵਿੱਖ ਦੇ ਸੰਘਰਸ਼ਾਂ ਦੇ ਲਈ ਮੰਗਾਂ ਦੇ ਵਾਸਤੇ ਇੱਕ ਚਾਰਟਰ ਦਾ ਖਾਕਾ ਵੀ ਤਿਆਰ ਕੀਤਾ, ਚਾਰਟਰ ਤਿਆਰ ਕੀਤਾ, ਜਿਸ ਦੇ ਵਿੱਚ MSP ਦੀ ਕਾਨੂੰਨੀ ਗਰੰਟੀ, ਬਿਜਲੀ ਬਿੱਲ ਵਾਪਸ ਲੈਣ, ਸਾਰੇ ਕਿਸਾਨਾਂ ਦਾ ਕਰਜ਼ ਮੁਆਫ ਕਰਨ, ਕਿਸਾਨਾਂ ਨੂੰ ਸਹੀ ਫਸਲ ਬੀਮਾ, ਪੈਨਸ਼ਨ, ਅਜੇ ਮਿਸ਼ਰਾ ਟੈਣੀ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਗ੍ਰਿਫਤਾਰ ਕਰਨ, ਕਿਸਾਨਾਂ ਤੇ ਜਿਹੜੇ ਝੂਠੇ ਮੁਕੱਦਮੇ ਦਰਜ ਕੀਤੇ ਹੋਏ ਵਾਪਸ ਲੈਣ, ਸ਼ਹੀਦ ਪਰਿਵਾਰਾਂ ਦੇ ਮਦਦ ਵਾਸਤੇ ਸਰਕਾਰ ਅੱਗੇ ਵਧੇ
ਇਹ ਕੁਝ ਕੁ ਮੰਗਾਂ ਸ਼ਾਮਲ ਕੀਤੀਆਂ ਗਈਆਂ ਨੇ, ਪਰ ਇਹਦੇ ਵਿੱਚ ਜਿੱਥੇ ਇਹ ਮੰਗਾਂ ਦਾ ਜ਼ਿਕਰ ਕੀਤਾ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ, ਉੱਥੇ ਜੋਗਿੰਦਰ ਯਾਦਵ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਅਲਵਿਦਾ ਕਹਿਣਾ ਅਤੇ ਬਾਕੀ ਕਿਸਾਨ ਆਗੂਆਂ ਨੇ ਆਖਿਆ ਕਿ ਹਾਂ, ਉਹ ਨਿੱਜੀ ਕਾਰਨਾਂ ਦੇ ਕਰਕੇ ਸੰਯੁਕਤ ਕਿਸਾਨ ਮੋਰਚਾ ਛੱਡ ਰਹੇ ਨੇ। ਹੁਣ ਅਗਲੀ ਰਣਨੀਤੀ ਕੀ ਹੋਏਗੀ? ਕੀ ਸੱਚਮੁੱਚ ਉਹ ਵਿਰੋਧੀ ਧਿਰਾਂ ਦੇ ਨਾਲ ਹੁਣ ਮਿਲ ਕੇ ਕੰਮ ਕਰਨਗੇ? ਕੀ ਸਰਕਾਰ ਤੇ ਦਬਾਅ ਬਣਾਉਣ ਵਾਸਤੇ ਕੋਈ ਹੋਰ ਰਣਨੀਤੀ ਤੇ ਕੰਮ ਕਰਨਗੇ? ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਕਿ ਜਿਹੜਾ ਬੰਦਾ ਰਾਜਨੀਤਿਕ ਪਾਰਟੀਆਂ ਨਾਲ ਮਿਲ ਕੇ ਕੰਮ ਕਰੇਗਾ, ਉਹ ਭਾਵੇਂ ਕੋਈ ਵੀ ਹੋਵੇ, ਉਹ ਮੋਰਚੇ ਦਾ ਹਿੱਸਾ ਨਹੀਂ ਰਹਿ ਸਕਦਾ। ਹੁਣ ਦੇਖਣਾ ਹੋਏਗਾ ਕਿ ਜੋਗਿੰਦਰ ਯਾਦਵ ਅੱਗੇ ਕੀ ਕਰਦੇ ਹੈ। ਤੇ ਅਗਲੀ ਜਿਹੜੀ ਖਬਰ ਹੈ ਉਹ ਬੇਅਦਬੀ ਕਾਂਡ ਦੇ ਨਾਲ ਜੁੜੀ ਖਬਰ ਹੈ। ਬੇਅਦਬੀ ਹੋਈ, ਬੇਅਦਬੀ ਤੋਂ ਬਾਅਦ ਇਨਸਾਫ ਦੀ ਮੰਗ ਸੰਗਤਾਂ ਦੇ ਵੱਲੋਂ ਕੀਤੀ ਗਈ। ਉਹਨਾਂ ਨੇ ਡਾਂਗਾਂ ਵੀ ਖਾਧੀਆਂ, ਪਾਣੀ ਦੀਆਂ ਬੁਛਾੜਾਂ ਵੀ ਚੱਲੀਆਂ, ਇੱਥੋਂ ਤੱਕ ਕਿ ਗੋਲੀਆਂ ਵੀ ਆਪਣੇ ਸੀਨਿਆਂ 'ਚ ਖਾਧੀਆਂ ਤੇ 2 ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ। ਤੇ ਇਸ ਬੇਅਦਬੀ ਵਾਸਤੇ, ਇਹਦੇ ਇਨਸਾਫ ਦੇ ਵਾਸਤੇ ਸੰਗਤਾਂ ਇਨਸਾਫ ਦੀ ਮੰਗ ਬੀਤੇ ਤਕਰੀਬਨ 7 ਵਰ੍ਹਿਆਂ ਤੋਂ ਕਰ ਰਹੀਆਂ ਨੇ। ਤੇ ਇਸ ਕੇਸ ਦੇ ਵਿੱਚ ਸਾਜ਼ਿਸ਼ ਘਾੜੇ ਦੇ ਵਜੋਂ ਨਾਮਜ਼ਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਫਰੀਦਕੋਟ ਦੀ ਅਦਾਲਤ ਦੇ ਵਿੱਚ ਅਰਜ਼ੀ ਦਿੱਤੀ ਹੈ ਤੇ ਆਪਣੀ ਅਰਜ਼ੀ ਦੇ ਰਾਹੀਂ ਮੰਗ ਕੀਤੀ ਹੈ ਕਿ ਬੇਅਦਬੀ ਮਾਮਲੇ ਦੇ ਵਿੱਚ ਬਣਾਈ ਗਈ ਜਾਂਚ ਟੀਮ ਦੇ ਵੱਲੋਂ ਸਾਲ 2015 ਦੇ ਵਿੱਚ ਗ੍ਰਿਫਤਾਰ ਕਰਕੇ ਛੱਡੇ ਗਏ ਪਿੰਡ ਪੰਜ ਗਰਾਈ ਦੇ 2 ਨੌਜਵਾਨ, ਜਿਨ੍ਹਾਂ ਦਾ ਨਾਮ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਹੈ, ਉਹਨਾਂ ਸੰਬੰਧੀ ਜਿਹੜੀ ਜਾਂਚ ਰਿਪੋਰਟ ਤਿਆਰ ਕੀਤੀ ਗਈ ਸੀ, ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਕਿ ਸਿੱਟ ਨੇ ਬੇਅਦਬੀ ਕਾਂਡ ਵਿੱਚ ਸਭ ਤੋਂ ਪਹਿਲਾਂ 20 ਅਕਤੂਬਰ ਤੇ 2015 ਨੂੰ ਪਿੰਡ ਪੰਜ ਗਰਾਈ ਖੁਰਦ ਦੇ ਨੌਜਵਾਨ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਹੀ ਗ੍ਰਿਫਤਾਰ ਕੀਤਾ ਸੀ ਅਤੇ ਨਾਲ ਦਾਅਵਾ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਇਹਨਾਂ ਦੇ ਵੱਲੋਂ ਚੋਰੀ ਕੀਤਾ ਗਿਆ ਸੀ। ਇਸ ਸੰਬੰਧੀ ਇੱਕ ਆਡੀਓ ਵੀ ਰਿਲੀਜ਼ ਕਰ ਦਿੱਤੀ ਗਈ ਸੀ, ਜਾਰੀ ਕਰ ਦਿੱਤੀ ਗਈ ਸੀ। ਪਰ ਕੁਝ ਦਿਨਾਂ ਤੋਂ ਬਾਅਦ ਜਾਂਚ ਪੜਤਾਲ ਕੀਤੀ, ਸਿੱਟ ਨੇ ਦੋਵੇਂ ਨੌਜਵਾਨਾਂ ਨੂੰ ਬੇਕਸੂਰ ਦੱਸਦਿਆਂ ਰਿਹਾ ਕਰ ਦਿੱਤਾ ਸੀ। ਭਾਵੇਂ ਕਿ ਦੋਵਾਂ ਨੌਜਵਾਨਾਂ ਤੇ ਅਦਨਾ ਤਸ਼ੱਦਦ ਢਾਹੇ ਜਾਣ ਦੀਆਂ ਖਬਰਾਂ ਵੀ ਲਗਾਤਾਰ ਮਿਲੀਆਂ ਸੀ। ਡੇਰਾ ਮੁਖੀ ਨੇ ਹੁਣ ਇੱਕ ਵਾਰ ਫਿਰ ਅਦਾਲਤ ਦੇ ਵਿੱਚ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ ਸਿੱਟ ਦੀ ਰਿਪੋਰਟ ਅਦਾਲਤ 'ਚ ਪੇਸ਼ ਕੀਤੀ ਜਾਵੇ, ਜਿਸ ਦੇ ਆਧਾਰ ਤੇ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨੂੰ ਮੁਲਜ਼ਮ ਮੰਨਿਆ ਗਿਆ ਸੀ ਅਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਇਸ ਮਸਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਡੇਰਾ ਮੁਖੀ ਨੇ ਮੰਗ ਹੁਣ ਇਹ ਕੀਤੀ ਹੈ ਕਿ ਉਹ ਰਿਪੋਰਟ ਅਦਾਲਤ ਵਿੱਚ ਪੇਸ਼ ਕਰਕੇ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕੇਸ ਦੇ ਵਿੱਚ ਉਹ ਮਹੱਤਵਪੂਰਨ ਕੜੀ ਹੈ ਕਿ ਦੋਵਾਂ ਨੂੰ ਬੇਕਸੂਰ ਕਿਉਂ ਦੱਸਿਆ ਗਿਆ, ਉਹਦੇ ਕਿਹੜੇ ਪਹਿਲੂ ਸੀ ਬੇਕਸੂਰ ਦੱਸੇ ਜਾਣ ਵਾਲੇ। ਇਸ ਸੰਬੰਧੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਨਿਕਾ ਲਾਂਬਾ ਨੇ ਆਪਣੇ ਹੁਕਮ ਦੇ ਵਿੱਚ ਇਹ ਮੰਗ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਦੇਸ਼ ਦੇ ਦਿੱਤੇ ਹੈ ਕਿ 22 ਸਤੰਬਰ ਤੱਕ ਇਸ ਮਾਮਲੇ ਦੇ ਵਿੱਚ ਉਹ ਆਪਣਾ ਲਿਖਤੀ ਜਵਾਬ ਜ਼ਰੂਰ ਦਾਖਲ ਕਰੇ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਨਵੀਂ ਸਿੱਟ ਨੇ ਜਦੋਂ ਡੇਰਾ ਮੁਖੀ ਸਮੇਤ 9 ਮੁਲਜ਼ਮਾਂ ਦੇ ਖਿਲਾਫ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਸੀ ਤਾਂ ਉਸ ਪੜਤਾਲ ਰਿਪੋਰਟ ਦੇ ਵਿੱਚ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਕਲੀਨ ਚਿੱਟ ਆਲਰੇਡੀ ਦੇ ਦਿੱਤੀ ਸੀ। ਪਰ ਹੁਣ ਫੇਰ ਉਹ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਡੇਰਾ ਮੁਖੀ ਦੇ ਵਕੀਲਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਸੱਚ ਸਾਹਮਣੇ ਲਿਆਉਣ ਲਈ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀਤੀ ਗਈ ਪੜਤਾਲ ਸੰਬੰਧੀ ਸਾਰੀਆਂ ਫਾਈਲਾਂ, ਉਹਨਾਂ ਦੀਆਂ ਨਕਲਾਂ ਅਦਾਲਤ ਵਿੱਚ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸੰਗਤਾਂ ਇਨਸਾਫ ਚਾਹੁੰਦੀਆਂ ਨੇ, ਬੇਅਦਬੀ ਕਿਹਨੇ ਕੀਤੀ ਸੀ ਇਹ ਪਤਾ ਲਾਉਣਾ ਚਾਹੁੰਦੀਆਂ ਨੇ। ਮੁਲਜ਼ਮ ਕੋਈ ਵੀ ਹੋਵੇ, ਕੋਈ ਰਾਜਨੀਤਿਕ ਬੰਦਾ ਹੋਵੇ, ਕੋਈ ਡੇਰੇ ਨਾਲ ਸੰਬੰਧਿਤ ਹੋਵੇ, ਭਾਵੇਂ ਕੋਈ ਆਮ ਵਿਅਕਤੀ ਹੋਵੇ, ਚਾਹੁੰਦੀਆਂ ਨੇ ਕਿ ਉਹਨਾਂ ਨੂੰ ਸਖਤ ਸਜ਼ਾਵਾਂ ਮਿਲਣ। ਇਹ ਵੀ ਨਹੀਂ ਚਾਹੁੰਦੀਆਂ ਕਿ ਹਾਲੇ ਸਾਲਾਂ ਬੱਧੀ ਇਹ ਕੇਸ ਚੱਲਦਾ ਰਹੇ, ਜਲਦ ਸਜ਼ਾਵਾਂ ਮਿਲਣ। ਪਰ ਜਦੋਂ ਮਾਣਯੋਗ ਅਦਾਲਤ ਦੇ ਵਿੱਚ ਇਸ ਤਰ੍ਹਾਂ ਦੇ ਫਾਨੇ ਠੋਕ ਦਿੱਤੇ ਜਾਂਦੇ ਹੈ, ਇੱਕ ਨਵਾਂ ਹੀ ਪਲੰਦਾ ਕੱਢ ਕੇ ਸਾਹਮਣੇ ਰੱਖ ਦਿੱਤਾ ਜਾਂਦਾ ਹੈ, ਉਹਦੇ ਨਾਲ ਕੇਸ ਹੋਰ ਲਟਕ ਜਾਂਦਾ ਹੈ ਤੇ ਫਿਰ ਹੋਰ ਤਰੀਕਾਂ ਪੈਂਦੀਆਂ ਨੇ। ਤੇ ਦੂਸਰੇ ਪਾਸੇ ਇਨਸਾਫ ਮੋਰਚੇ ਵੱਲ ਲੱਗਿਆ ਹੋਇਆ ਕਿ ਬੇਅਦਬੀਆਂ ਦਾ ਇਨਸਾਫ ਵੀ ਹੋਵੇ, ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਪਤਾ ਵੀ ਲੱਗੇ, ਆਰਡਰ ਕਿਹਨੇ ਦਿੱਤੇ ਸੀ, ਗੋਲੀਆਂ ਕੌਣ ਚਲਾ ਗਿਆ, ਅਸਲ ਵਿੱਚ ਕਸੂਰਵਾਰ ਕੌਣ ਸੀ। ਪਰ ਵੇਖਦੇ ਹਾਂ, ਪਹਿਲੀਆਂ ਸਰਕਾਰਾਂ ਵੀ ਕਹਿੰਦੀਆਂ ਰਹੀਆਂ ਨੇ, ਸਰਕਾਰ ਆ ਵੀ ਕਹਿੰਦੀ ਹੈ, ਅਸਲ ਦੇ ਵਿੱਚ ਲੋਕ ਤਾਂ ਇਨਸਾਫ ਚਾਹੁੰਦੇ ਹੈ। ਉਹ ਭਾਵੇਂ ਕਿਸੇ ਵੀ ਧਰਮ ਦੇ ਲੋਕ ਹੋਣ, ਜਿੱਥੇ ਵੀ ਕਿਸੇ ਧਰਮ ਦੇ ਲੋਕਾਂ ਨਾਲ ਧੱਕਾ ਹੋਇਆ ਹੋਵੇ, ਭਾਵੇਂ ਉਹ ਘੱਟ ਗਿਣਤੀ ਵਿੱਚ ਹੋਣ, ਭਾਵੇਂ ਉਹ ਆਮ ਹੋਣ, ਬਹੁ ਗਿਣਤੀ ਵਿੱਚ ਹੋਣ, ਧੱਕਾ ਕਿਸੇ ਨਾਲ ਕਿਸੇ ਵੀ ਕੀਮਤ ਤੇ ਨਹੀਂ ਹੋਣਾ ਚਾਹੀਦਾ। ਹਾਂ, ਜੇ ਕਿਸੇ ਨੇ ਕੀਤਾ
ਉਹ ਭਾਵੇਂ ਹੁਕਮਰਾਨ ਹੋਣ, ਉਹ ਭਾਵੇਂ ਅਹਿਲਕਾਰ ਹੋਣ, ਉਹ ਭਾਵੇਂ ਵਰਦੀਧਾਰੀ ਹੋਣ, ਉਹ ਭਾਵੇਂ ਡੇਰਾ ਮੁਖੀ ਹੋਵੇ, ਉਹ ਭਾਵੇਂ ਡੇਰੇ ਦੇ ਪੈਰੋਕਾਰ ਹੋਣ ਜਾਂ ਕਿਸੇ ਹੋਰ ਧਰਮ ਦੇ ਨਾਲ ਸੰਬੰਧਿਤ ਹੋਣ, ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ, ਮਿਸਾਲੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ, ਤਾਂ ਕਿ ਕਿਸੇ ਵੀ ਧਰਮ ਦੇ ਪ੍ਰਤੀ ਕੋਈ ਮੈਲੀ ਅੱਖ ਨਾ ਰੱਖ ਸਕੇ, ਕਿਸੇ ਵੀ ਧਰਮ ਦੇ ਪ੍ਰਤੀ ਕੋਈ ਬੇਅਦਬੀ ਨਾ ਕਰਨ ਬਾਰੇ ਸੋਚੇ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।